पंजाब एग्रो दे 5 रिवर ने पाई ऐसी धमाल, आर्गेनिक फार्मिंग दी ओ कीती कायम मसाल। इस ऑर्गेनिक खेती नूं आओ सर्टिफाई कराइए, आटा चावल किन्नू दलिया इस ब्रांड दा खाइए। ਇਹ जैविक खेती उत्पादां दा नहीं है कोई मेल, हल्दी छोले बासमती कनोला सरों दा तेल। ओ ਜ਼ਹਿਰਾਂ ਮੁਕਤ ਤੇ खेती वीरो आ जो रले बनाइए, अपने सोहणे पंजाब नूं मुड़ तंदुरुस्त बनाइए, मुड़ तंदुरुस्त बनाइए। ਆਮ ਕਿਸਾਨ ਨੂੰ ਬਣਾਵੇ ਹਾਈ ਅਚੀਵਰ, ਪੰਜਾਬ ਐਗਰੋ ਦਾ 5 ਰਿਵਰ। ਪੰਜਾਬ ਐਗਰੋ ਦੇ ਹਫਤਾਵਾਰੀ ਪ੍ਰੋਗਰਾਮ 5 ਰਿਵਰ ਦੇਖ ਰਹੇ ਸਾਰੇ ਕਿਸਾਨ ਵੀਰਾਂ ਤੇ ਦਰਸ਼ਕਾਂ ਨੂੰ ਬਾਲਮਕੰਦ ਸ਼ਰਮਾ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿਸਾਨ ਦੋਸਤੋ, ਅੱਜ ਜੋ ਤੁਹਾਡੇ ਮੂਹਰੇ ਵਿਸ਼ਾ ਅਸੀਂ ਪਰੋਸ ਰਹੇ ਹਾਂ ਉਹ ਆ ਹਾੜੀ ਦੀਆਂ ਫਸਲਾਂ ਵਿੱਚ ਫਾਸਫੋਰਕ ਖਾਦਾਂ ਜਿਹੜੀਆਂ ਜਿਹਨੂੰ ਪੀ ਵਾਲੀ ਖਾਦਾਂ ਕਹਿੰਦੇ ਆ ਉਹਨਾਂ ਦਾ ਯੋਗ ਪ੍ਰਬੰਧ ਤੇ ਭਾਗ ਲੈਣ ਲਈ PAU ਤੋਂ ਭੂਮੀ ਵਿਭਾਗ ਸੋਇਲ ਸਾਇੰਸ ਦੇ ਹੈੱਡ ਡਾਕਟਰ OP ਚੌਧਰੀ ਜੀ ਤੇ ਸਾਥ ਦੇ ਰਹੇ ਨੇ ਪੰਜਾਬ ਸਰਕਾਰ ਦੇ ਇਨਪੁਟ ਦੇ ਖਾਦਾਂ ਦੇ ਇੰਚਾਰਜ ਆਫਿਸਰ ਜੁਆਇੰਟ ਡਾਇਰੈਕਟਰ ਡਾਕਟਰ ਬਲਦੇਵ ਸਿੰਘ ਜੀ। ਸਵਾਗਤ ਹੈ ਤੁਹਾਡਾ ਵੀ, ਚਰਚਾ ਤੁਹਾਡਾ ਵੀ। ਆਪਾਂ ਅੱਜ ਗੱਲ ਕਰਨੀ ਆ ਕਿ ਸਾਡੀ ਪੰਜਾਬ ਦੀ ਭੂਮੀ ਵਿੱਚ ਫਾਸਫੋਰਕ ਖਾਦਾਂ ਦਾ ਸਟੇਟਸ ਕੀ ਆ ਤੇ ਇਹਦੀ ਜਿਹੜੀ ਲੋੜ ਕਿੰਨੀ ਕੁ ਹੈਗੀ ਤੇ ਪ੍ਰਬੰਧ ਕੀ ਹੈਗੇ ਆ। ਤੇ ਚੌਧਰੀ ਸਾਹਿਬ, ਗੱਲ ਮੈਂ ਤੁਹਾਡੇ ਤੋਂ ਸ਼ੁਰੂ ਕਰ ਰਿਹਾ ਕਿ ਪੀ ਯਾਨੀ ਫਾਸਫੇਟ ਖਾਦਾਂ ਨੂੰ ਲੈ ਕੇ ਇਸ ਵੇਲੇ ਪੰਜਾਬ ਦੀ ਭੂਮੀ ਦੀ ਸਥਿਤੀ ਕੀ ਆ। ਅਸੀਂ ਪਿੱਛੇ ਜਿਹੜੇ ਸਰਵੇਖਣ ਕੀਤੇ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਪੰਜਾਬ ਖੇਤੀਬਾੜੀ ਵਿਭਾਗ ਇਕੱਠਿਆਂ ਨੇ ਕਰਕੇ, ਉਹਦੇ ਅਸੀਂ ਇਹ ਪਾਇਆ ਕਿ 50 ਤੋਂ 60% ਜਿਹੜੀਆਂ ਜ਼ਮੀਨਾਂ ਨੇ ਉਹਨਾਂ 'ਚ ਫਾਸਫੋਰਸ ਦੀ ਮਿਕਦਾਰ ਜ਼ਿਆਦਾ ਪਾਈ ਗਈ ਹੈ। ਅੱਛਾ, ਲੋੜ ਤੋਂ ਵੱਧ ਆ। ਲੋੜ ਤੋਂ ਵੱਧ ਹੈ। ਆਮ 3 ਤਰ੍ਹਾਂ ਦੀਆਂ ਸਾਡੀਆਂ ਸ਼੍ਰੇਣੀਆਂ ਹੁੰਦੀਆਂ, ਘੱਟ, ਦਰਮਿਆਨਾ, ਜ਼ਿਆਦਾ। ਪਰ ਹੁਣ ਸਾਡੇ ਕੋਲ ਇੱਕ ਹੋਰ ਸ਼੍ਰੇਣੀ ਹੈ ਬਹੁਤ ਜ਼ਿਆਦਾ, ਜਿਹਦੇ 'ਚ ਬਹੁਤ ਜ਼ਿਆਦਾ ਖਾਦ ਜਿਹੜੀ ਫਾਸਫੋਰਸ ਦੀ ਮਾਤਰਾ ਪਾਈ ਹੋਈ ਹੈ, ਪਹਿਲਾਂ ਜ਼ਮੀਨ 'ਚ ਪਈ ਹੈ। ਅਤੇ ਇਸ ਕਰਕੇ ਬਹੁਤ ਜ਼ਰੂਰੀ ਹੋ ਜਾਂਦਾ ਵੀ ਹਾੜੀ ਦੀਆਂ ਫਸਲਾਂ 'ਚ ਫਾਸਫੋਰਸ ਦੀ ਖਾਦ ਨੂੰ ਪਾਉਣ ਤੋਂ ਪਹਿਲਾਂ ਜ਼ਮੀਨ ਦੀ ਪਰਖ ਜਾਂ ਮਿੱਟੀ ਦੀ ਪਰਖ ਜ਼ਰੂਰ ਕਰਾਈ ਜਾਵੇ। ਯਾਨੀ ਕਿ ਮਿੱਟੀ ਦੀ ਪਰਖ ਕਰਾ ਕੇ ਕਿਸਾਨ ਵੀਰੋ ਪਤਾ ਲਵਾ ਲਈਏ ਕਿ ਸਾਡੇ ਕੋਲੋਂ ਫਾਸਫੇਰਕ ਖਾਦ ਦੀ ਲੋੜ ਹੈ ਜਾਂ ਨਹੀਂ ਹੈ। ਤੇ ਡਾਕਟਰ ਬਲਦੇਵ ਸਿੰਘ ਜੀ, ਗੱਲ ਮਿੱਟੀ ਪਰਖ ਤੇ ਆ ਗਈ ਤੇ ਸਰਕਾਰ ਜਿਹੜੀ ਆ ਬਹੁਤ ਇਸ ਬਾਰੇ ਹਮੇਸ਼ਾ ਤਤਪਰ ਰਹਿੰਦੀ ਆ ਕਿ ਕਿਸਾਨਾਂ ਨੂੰ ਸਹੂਲਤ ਮਿਲਦੀ ਰਹੇ। ਤਾਂ ਮਹਿਕਮਾ ਕੀ ਸਹੂਲਤ ਦੇ ਰਿਹਾ ਵਾ ਮਿੱਟੀ ਪਰਖ ਬਾਰੇ ਕਿਸਾਨਾਂ ਨੂੰ? ਸ਼ਰਮਾ ਜੀ, ਪੰਜਾਬ ਸਰਕਾਰ ਵੱਲੋਂ ਸੋਇਲ ਹੈਲਥ ਕਾਰਡ ਜਿਹੜੀ ਹੈ ਸਕੀਮ, ਉਹ ਸ਼ੁਰੂਆਤ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ 2015 ਦੇ ਵਿੱਚ ਸ਼ੁਰੂ ਕੀਤੀ ਸੀਗੀ। ਉਸ ਸਕੀਮ ਦੇ ਤਹਿਤ ਖੇਤੀਬਾੜੀ ਵਿਭਾਗ ਵੱਲੋਂ 24,31,000 ਜਿਹੜੇ ਸੋਇਲ ਹੈਲਥ ਕਾਰਡ ਉਹ ਕਿਸਾਨਾਂ ਦੀ ਮਿੱਟੀ ਦੀ ਜਾਂਚ ਕਰਕੇ ਕਿਸਾਨਾਂ ਨੂੰ ਦਿੱਤੇ ਗਏ ਨੇ। ਉਸ ਦੇ ਵਿੱਚ ਇਹ ਦੱਸਿਆ ਗਿਆ ਕਿ ਕਿੰਨੀ ਉਸ ਦੇ ਵਿੱਚ ਯੂਰੀਆ ਪੈਣਾ, ਕਿੰਨੀ ਉਸ ਦੇ ਵਿੱਚ ਸੁਪਰ ਜਾਂ ਆਪਣਾ DAP ਪੈਣਾ। ਤਾਂ ਕਿਸਾਨ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਕਿਸਾਨ ਵੀਰੋ, ਤੁਹਾਨੂੰ ਖੇਤੀਬਾੜੀ ਵਿਭਾਗ ਨੇ ਇਹ ਕਾਰਡ ਦਿੱਤੇ ਨੇ। ਇਹਨਾਂ ਨੂੰ ਹੁਣ ਹਾੜੀ ਦੀ ਫਸਲ ਸਾਡੀ ਸ਼ੁਰੂ ਹੋਣਾ ਆ, ਇਹਨਾਂ ਨੂੰ ਚੰਗੀ ਤਰ੍ਹਾਂ ਜੇ ਆਪ ਨੂੰ ਨਹੀਂ ਪਤਾ ਲੱਗਦਾ ਤਾਂ ਸਾਡੇ ਖੇਤੀਬਾੜੀ ਵਿਕਾਸ ਅਫਸਰ ਨੇ KVK ਦੇ ਸਾਡੇ ਸਾਇੰਸਦਾਨ ਨੇਗੇ, ਉਹਨਾਂ ਦੇ ਕੋਲੋਂ ਪੁੱਛ ਲਓ ਵੀ ਆ ਸਾਡੇ ਕੋਲ ਸੋਇਲ ਹੈਲਥ ਕਾਰਡ ਆ ਤੇ ਇਸ ਦੇ ਉੱਪਰ ਸਾਡੀ ਫਾਸਫੋਰਸ ਦੀ ਕਿੰਨੀ ਮਿਕਦਾਰ ਜਿਹੜੀ ਆ ਸਾਡੇ ਖੇਤ ਦੇ ਵਿੱਚ ਕਿੰਨੀ ਅਵੇਲੇਬਲ ਆ। ਯਾਨੀ ਕਿ ਸਾਡੇ ਸਰਕਾਰ ਨੇ ਪ੍ਰਬੰਧ ਕੀਤੇ ਹੋਏ ਆ। ਕਿਸਾਨਾਂ ਨੂੰ ਬੇਨਤੀ ਹੈ ਵੀ ਉਹਦੇ ਫਾਇਦਾ ਉਠਾ ਲਈਏ ਆਪਾਂ। ਤੇ ਚੌਧਰੀ ਸਾਹਿਬ, ਇੱਕ ਨਾ ਧਾਰਨਾ ਸਾਡੇ ਮਿੱਥ ਕਹਿ ਲਓ ਜਾਂ ਸਾਡੇ ਕਿਸਾਨਾਂ ਨੂੰ ਹੀ ਲੱਗਦਾ ਕਿ ਸਾਡੀ ਜਿਹੜੀ ਸਿਹਤ ਧਰਤੀ ਦੀ ਜਾਂ ਮਿੱਟੀ ਦੀ ਉਹ ਖਰਾਬ ਹੋ ਰਹੀ ਆ। ਤੁਸੀਂ ਚਾਨਣਾ ਪਾਓ ਵੀ ਰਿਐਲਿਟੀ ਕੀ ਆ। ਮੰਦਭਾਗੀ ਗੱਲ ਹੈ ਵੀ ਨੈਸ਼ਨਲ ਪੱਧਰ 'ਤੇ ਜਾਂ ਦੂਜੇ ਸੂਬਿਆਂ, ਕੌਮੀ ਪੱਧਰ 'ਤੇ, ਕੌਮੀ ਪੱਧਰ 'ਤੇ ਜਾਂ ਦੂਸਰੇ ਸੂਬਿਆਂ 'ਚ ਇਹ ਆਮ ਧਾਰਨਾ ਪਾਈ ਜਾਂਦੀ ਹੈ ਵੀ ਪੰਜਾਬ ਵਿੱਚ ਲਗਾਤਾਰ ਫਸਲੀ ਚੱਕਰ ਲਗਾਤਾਰ 199 ਜਾਂ 200 ਦੀ ਇੰਟੈਂਸਿਟੀ ਨਾਲ ਕਰਨ ਨਾਲ ਪੰਜਾਬ ਸਾਡੀ ਮਿੱਟੀ ਦੀ ਸਿਹਤ ਖਰਾਬ ਹੋ ਰਹੀ। ਪਰ ਇਸ ਵਿੱਚ ਬਿਲਕੁਲ ਵੀ 1% ਵੀ ਸੱਚ ਨਹੀਂ ਹੈ। ਅੱਛਾ, ਹਾਂ, ਇਹ ਸਿਰਫ ਪ੍ਰਚਾਰ ਹੀ ਆ। ਇਹ ਸਿਰਫ ਮਾੜਾ ਪ੍ਰਚਾਰ ਆ ਪੰਜਾਬ ਬਾਰੇ, ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪਿਛਲੇ 10 ਸਾਲਾਂ 'ਚ ਸਾਡੀ ਜਿਹੜੀ ਸਰਦਾਰ ਬਲਦੇਵ ਸਿੰਘ ਵੀ ਇਸ ਗੱਲ ਨਾਲ ਐਗਰੀ ਕਰਨਗੇ ਕਿ ਸਾਡੀ ਜਿਹੜੀ ਪੈਦਾਵਾਰ ਆ ਉਹ ਲਗਾਤਾਰ ਵੱਧ ਰਹੀ ਹੈ, ਕਿ ਖਾਦਾਂ ਦੀ ਜਿਹੜੀ ਕੰਜ਼ੰਪਸ਼ਨ ਆ ਉਹ ਬਰਾਬਰ ਆ ਜਾਂ ਥੋੜ੍ਹੀ ਜਿਹੀ ਘੱਟ ਹੈ। ਓਕੇ। ਇਹ ਤੋਂ ਇਲਾਵਾ ਅਸੀਂ ਇੱਕ 10 ਦਹਾਕਿਆਂ ਦਾ 1981 ਤੋਂ ਲੈ ਕੇ ਅਸੀਂ ਇੱਕ ਟੈਸਟ ਕੀਤੇ ਆ ਜੀ, ਜਿੱਥੇ ਆਰਗੈਨਿਕ ਕਾਰਬਨ ਜਿਹੜੀ ਕਿ ਜੈਵਿਕ ਮਾਦਾ ਭੂਮੀ ਦਾ ਹੁੰਦਾ, ਜੈਵਿਕ ਮਾਦਾ ਜਿਹੜਾ ਕਿ ਸਾਡੀ ਮਿੱਟੀ ਦੀ ਉਪਜਾਊ ਸ਼ਕਤੀ ਦਾ ਇੱਕ ਬਹੁਤ ਹੀ ਵੱਡਾ ਅਤੇ ਜ਼ੋਰਦਾਰ ਪੈਮਾਨਾ, ਉਹਦੇ 'ਚ ਅਸੀਂ ਦੇਖਿਆ ਕਿ ਉਹ ਲਗਾਤਾਰ ਜਿਹੜਾ ਪੈਮਾਨਾ ਰਾਈਸ ਵੀਟ ਫਾਲੋ ਕਰਨ ਨਾਲ ਜਾਂ ਦੂਜੀਆਂ ਫਸਲਾਂ ਫਾਲੋ ਕਰਨ ਨਾਲ ਇਹਦੇ 'ਚ ਪੰਜਾਬ ਦੀਆਂ ਜ਼ਮੀਨਾਂ 'ਚ ਵੱਧ ਰਿਹਾ। ਉਹ ਪਹਿਲੋਂ ਘੱਟ ਸ਼੍ਰੇਣੀ ਸੀ 0.33 1981 ਤੋਂ 1990 ਤੱਕ,
ਫਿਰ ਉਹ 1990 ਤੋਂ 2000 ਤੱਕ 0.43, 2001 ਤੋਂ 2010 ਤੱਕ 0.46 ਤੇ ਹੁਣ ਉਹ ਦਰਮਿਆਨੀ ਸ਼੍ਰੇਣੀ 'ਚ ਆ ਗਿਆ 2011 ਤੋਂ ਲੈ ਕੇ 2020 ਤੱਕ 0.51 0.53 ਹਾਂਜੀ, ਉਹ ਲਗਾਤਾਰ ਵੱਧ ਰਿਹਾ। ਤੇ ਸਾਡੀ ਜਿਹੜੀ ਸ਼੍ਰੇਣੀ ਆ, ਜਿਹੜੀ ਐਵਰੇਜ, ਇਹ ਔਸਤਨ ਹੈ। ਔਸਤਨ ਜਿਹੜੀ ਸਾਡੀ ਸ਼੍ਰੇਣੀ ਆ ਉਹ ਸਾਡੀ ਘੱਟ ਸ਼੍ਰੇਣੀ ਤੋਂ ਅਸੀਂ ਦਰਮਿਆਨੀ ਸ਼੍ਰੇਣੀ 'ਚ ਆ ਗਏ ਹਾਂ ਔਸਤਨ। ਇਹ ਤਾਂ ਡਾਕਟਰ ਸਾਹਿਬ ਫਿਰ ਕਾਫੀ ਕਿਸਾਨਾਂ ਦੀ ਵੀ ਖੁਸ਼ਖਬਰੀ ਮੈਂ ਕਹੂੰਗਾ। ਡਾਕਟਰ ਬਲਦੇਵ ਸਿੰਘ ਜੋ ਨੇ ਦੱਸਿਆ ਕਿ ਅਸੀਂ ਇੱਕ ਵਹਿਮ ਦਾ ਸ਼ਿਕਾਰ ਹੋਏ ਹਾਂ ਵੀ ਅਸੀਂ ਨਿਗਾਰ ਆ ਰਿਹਾ, ਸੋਇਲ ਖਰਾਬ ਹੋ ਰਹੀ ਹੈ, ਪਰ ਡਾਕਟਰ ਚੌਧਰੀ ਸਪੈਸ਼ਲਿਸਟ ਨੇ ਇਸ ਗੱਲ ਦੇ, ਉਹ ਕਹਿ ਰਹੇ ਵੀ ਸਾਡਾ ਕੋਈ ਨਿਗਾਰ ਨਹੀਂ ਬਲਕਿ ਇੰਪਰੂਵ ਕਰਨੇ ਸੀ। ਤੇ ਤੁਸੀਂ ਦੱਸੋ ਬਲਦੇਵ ਸਿੰਘ ਜੀ, ਤੁਸੀਂ ਖਾਦਾਂ ਦੇ ਪੰਜਾਬ ਦੇ ਇੰਚਾਰਜ ਹੈਗੇ ਆ, ਵੀ ਜਿਹੜੀਆਂ ਫਾਸਫੇਟਿਕ ਖਾਦਾਂ ਵਾ ਉਹਦੇ ਪ੍ਰਬੰਧਨ ਵਾਸਤੇ ਸਰਕਾਰ ਦੇ ਕੀ ਹੈਗੇ ਇੰਤਜ਼ਾਮ? ਸ਼ਰਮਾ ਜੀ ਬਿਲਕੁਲ, ਜੇ ਮੈਂ ਪਿਛਲੇ ਸਾਲ ਦੀ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਹਾੜੀ ਦੇ ਵਿੱਚ 5,70,000 ਮੈਟ੍ਰਿਕ ਟਨ ਜਿਹੜੀ DAP ਤੇ ਜਿਹੜੀਆਂ ਇਹ ਖਾਦਾਂ ਲੱਗੀ ਸੀਗੀ। ਸੋ ਇਸ ਦੇ ਪ੍ਰਬੰਧ ਆ ਜਿਹੜੇ ਪੰਜਾਬ ਸਰਕਾਰ ਵੱਲੋਂ ਅਗਾਊਂ ਕੀਤੇ ਜਾਂਦੇ ਆ। ਸੋ ਹਮੇਸ਼ਾ ਪੰਜਾਬ ਸਰਕਾਰ ਵੱਲੋਂ ਜਿਹੜੀ ਆ ਵੀਡੀਓ ਕਾਨਫਰੰਸਿੰਗ ਰਾਹੀਂ ਜਿਹੜੇ ਗਵਰਨਮੈਂਟ ਆਫ ਇੰਡੀਆ ਦਾ ਫਰਟੀਲਾਈਜ਼ਰ ਐਂਡ ਕੈਮੀਕਲ ਮਿਨਿਸਟਰੀ ਦੇ ਨਾਲ ਲਗਾਤਾਰ ਰਾਬਤਾ ਰਹਿੰਦਾ, ਸੋ ਤਾਂ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਖਾਦਾਂ ਦੇ ਪ੍ਰਤੀ ਜਿਹੜੀ ਆ ਉਹ ਕਿੱਲਤ ਨਾ ਆਵੇ। ਸੋ ਪੰਜਾਬ ਸਰਕਾਰ ਜਿਹੜੀ ਆ ਲਗਾਤਾਰ ਵਚਨਬੱਧ ਆ ਤੇ ਕਿਸਾਨਾਂ ਲਈ ਖਾਦਾਂ ਜਿਹੜੀਆਂ ਉਹਨਾਂ ਦੇ ਪ੍ਰਬੰਧ ਕਰਨ ਦੇ ਵਿੱਚ। ਸੋ ਇਸ ਸਾਲ ਵੀ ਪੰਜਾਬ ਸਰਕਾਰ ਵੱਲੋਂ ਪੂਰੀ ਤਨਦੇਹੀ ਦੇ ਨਾਲ ਭਾਰਤ ਸਰਕਾਰ ਦੇ ਨਾਲ ਇਹ ਮਸਲਾ ਟੇਕਅਪ ਕੀਤਾ ਜਾ ਰਿਹਾ ਕਿ ਹਾੜੀ ਤੋਂ ਪਹਿਲਾਂ ਜਿਹੜੇ ਆ ਸਾਡੇ ਪ੍ਰੀ ਪੋਜੀਸ਼ਨਿੰਗ ਆ ਜਿਹੜੀ DAP ਦੀ ਉਹ ਕੀਤੀ ਜਾਊਗੀ ਤੇ ਕੋਈ ਵੀ ਕਿਸੇ ਕਿਸਮ ਦੀ ਖਾਦ ਦੀ ਘਾਟ ਪੰਜਾਬ ਸਰਕਾਰ ਵੱਲੋਂ ਨਹੀਂ ਆਉਣ ਦਿੱਤੀ ਜਾਊਗੀ। ਕਿਸਾਨ ਦੋਸਤੋ, ਇਹ ਤਾਂ ਵਾਕਈ ਇੱਕ ਬਹੁਤ ਤਸੱਲੀ ਵਾਲੀ ਗੱਲ ਸਾਡੇ ਵਾਸਤੇ ਹੈਗੀ ਆ ਵੀ ਸਰਕਾਰ ਨੇ ਹਮੇਸ਼ਾ ਹੀ ਜਿਹੜੀ ਹਾੜੀ ਦੀ ਫਸਲ ਵਿੱਚ ਫਾਸਫੇਟਿਕ ਖਾਦਾਂ ਪ੍ਰਬੰਧ ਨੂੰ ਲੈ ਕੇ ਤਤਪਰਤਾ ਵਿਖਾਈ ਆ। ਮੈਂ ਖੁਦ ਇਸ ਗੱਲ ਦਾ ਲੰਬੇ ਸਮੇਂ ਤੋਂ 2008 ਤੋਂ ਲੈ ਕੇ 2019 ਤੱਕ ਗਵਾਹ ਰਿਹਾ ਵਾਂ, ਕਿਉਂਕਿ ਖਾਦਾਂ ਜਿਹੜੀਆਂ ਰੱਬੀ ਦੇ ਵਿੱਚ ਜਿਹੜੀਆਂ ਖਾਦਾਂ ਇਹਦੀ ਜ਼ਰੂਰਤ ਵੀ ਪੈਂਦੀ ਆ ਤੇ ਕਿਸਾਨ ਵੀਰ ਚੁਕੰਨੇ ਵੀ ਹੁੰਦੇ ਆ ਤੇ ਸਰਕਾਰ ਹਮੇਸ਼ਾ ਭਾਰਤ ਸਰਕਾਰ ਦੇ ਨਾਲ ਅਦਾਰਿਆਂ ਨਾਲ ਪਹਿਲਾਂ ਹੀ ਰਾਬਤਾ ਕਰਕੇ ਉਹਦੇ ਪ੍ਰਬੰਧ ਕਰ ਲੈਂਦੀ ਆ। ਤੇ ਮੈਨੂੰ ਯਾਦ ਆ ਅਗਸਤ ਸਤੰਬਰ ਦੇ ਵਿੱਚ ਸਾਰੇ ਸਟਾਕ ਆਉਣੇ ਸ਼ੁਰੂ ਹੋ ਜਾਂਦੇ ਆ, ਅਕਤੂਬਰ ਤੋਂ ਬਾਅਦ ਜਾ ਕੇ ਇਹਦੀ ਲੋੜ ਪੈਂਦੀ ਹੁੰਦੀ ਆ। ਤੇ ਚੌਧਰੀ ਸਾਹਿਬ, ਮੈਂ ਤੁਹਾਡੇ ਲਈ ਆ ਰਿਹਾ ਕਿ ਮਿੱਟੀ ਪਰਖ ਆਧਾਰਿਤ ਜਿਹੜੀਆਂ ਉਹ ਸਿਫਾਰਸ਼ਾਂ ਆਪਾਂ ਕਿਉਂ ਅਹਿਮੀਅਤ ਦਿੰਦੇ ਆ ਵੀ ਆਪਾਂ ਮਿੱਟੀ ਪਰਖ ਜ਼ਰੂਰ ਕਰਾਈਏ? ਹਾਂ ਸ਼ਰਮਾ ਜੀ, ਮਿੱਟੀ ਪਰਖ ਇਸ ਕਰਕੇ ਜ਼ਰੂਰੀ ਆ ਕਿਉਂਕਿ ਫਾਸਫੋਰਸ ਇੱਕ ਮਹਿੰਗਾ ਤੱਤ ਹੈ। ਇਸ ਤੇ ਸਬਸਿਡੀ ਬਹੁਤ ਜ਼ਿਆਦਾ ਹੈ। ਤੇ ਜੇ ਤੁਸੀਂ ਤੱਤ ਦਾ ਜੇ ਤੁਸੀਂ ਕਹੋ ਨਾਈਟ੍ਰੋਜਨ ਤੇ ਪੋਟਾਸ਼, ਉਹਨਾਂ ਸਭ ਤੋਂ ਜ਼ਿਆਦਾ ਮਹਿੰਗਾ ਫਾਸਫੋਰਸ ਹੈ। ਤੇ ਮਿੱਟੀ ਦੀ ਸ਼੍ਰੇਣੀ ਦੇ ਹਿਸਾਬ ਨਾਲ ਅਸੀਂ ਯੂਨੀਵਰਸਿਟੀ ਸਿਫਾਰਿਸ਼ ਕਰਦੀ ਹੈ ਵੀ ਫਲਾਂਗ ਫਸਲ ਨੂੰ ਇੰਨੀ ਖਾਦ ਪਾਈ ਜਾਵੇ। ਮਿਸਾਲ ਦੇ ਤੌਰ ਤੇ ਹੁਣ ਹਾੜੀ ਦੀ ਫਸਲ, ਮੁੱਖ ਫਸਲ ਕਣਕ, ਜੇ ਦਰਮਿਆਨੀ ਕਿਸਮ ਆ, ਦਰਮਿਆਨੀ ਦਾ ਮਤਲਬ 5 ਕਿਲੋ ਤੋਂ ਲੈ ਕੇ 9 ਕਿਲੋ ਫਾਸਫੋਰਸ ਹੈ ਤੇ ਉਹਦੇ ਵਿੱਚ 55 ਕਿਲੋ DAP ਪ੍ਰਤੀ ਏਕੜ ਅਸੀਂ ਪਾਣੀ ਹੈ। ਪਰ ਜੇ ਉਹ 9 ਤੋਂ 20 ਏਕੜ ਯਾਨੀ ਕਿ ਜ਼ਿਆਦਾ ਵਾਲੀ ਸ਼੍ਰੇਣੀ 'ਚ ਹੈ ਤੇ ਉਹਦੇ ਅਸੀਂ 25% ਜਿਹੜੀ ਆ ਖਾਦ ਘਟਾ ਦੇਣੀ, ਭਾਵ 45 ਕਿਲੋ ਖਾਦ ਪਾਣੀ ਹੈ। ਪਰ ਜੇ ਇੱਕ ਹੋਰ ਬਹੁਤ ਜ਼ਿਆਦਾ ਫਾਸਫੋਰਸ ਵਾਲੀ ਸ਼੍ਰੇਣੀ ਆ ਕਿ ਭਾਵ 20 ਕਿਲੋ ਫਾਸਫੋਰਸ ਪ੍ਰਤੀ ਏਕੜ ਮੌਜੂਦ ਆ ਤੇ ਉਹਦੇ 'ਚ ਅਸੀਂ ਕਣਕ 'ਚ ਵੀ ਖਾਦ ਬਿਲਕੁਲ ਨਹੀਂ ਪਾਣੀ। ਅੱਛਾ, ਪਾਣੀ ਨਹੀਂ ਖਾਦ? ਹਾਂ, ਜੇ 20 ਕਿਲੋ ਉੱਪਰ ਹੈ। ਯੈਸ, ਹਾਂ, ਜੇ ਘੱਟ ਆ, ਜੇ ਘੱਟ ਸ਼੍ਰੇਣੀ ਆ ਜਿਹੜੀ 5 ਕਿਲੋ ਤੋਂ ਵੀ ਘੱਟ ਹੈ, ਉਹਦੇ 'ਚ ਅਸੀਂ 25% ਜ਼ਿਆਦਾ ਰਿਕਮੈਂਡ ਕਰਦੇ ਹਾਂ, 55 ਦੀ ਥਾਂ 'ਤੇ 70 ਕਿਲੋ ਪਾਣੀ। ਪਰ ਇੱਕ ਗੱਲ ਦੱਸਣ ਦੀ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ 50 ਤੋਂ 60% ਜਿਹੜੇ ਜ਼ਮੀਨਾਂ ਨੇ ਉਹ ਫਾਸਫੋਰਸ ਜ਼ਿਆਦਾ ਨੇ, ਜ਼ਿਆਦਾ ਸ਼੍ਰੇਣੀ 'ਚ ਨੇ। ਇਸ ਕਰਕੇ ਪੱਕੇ ਤੌਰ 'ਤੇ 25% ਤੋਂ ਲੈ ਕੇ 100% ਖਾਦ ਉਹਨਾਂ 50% ਜਾਂ ਭਾਵ ਅੱਧੇ ਪੰਜਾਬ 'ਚ ਖਾਦ ਦਾ ਬਚਾਅ ਕੀਤਾ ਜਾ ਸਕਦਾ, ਔਸਤਨ 25 ਤੋਂ ਲੈ ਕੇ 50%। ਇਹ ਕਿਸਾਨ ਦੋਸਤੋ ਬਹੁਤ ਹੀ ਅਹਿਮ ਜਿਹੜੀ ਗੱਲ ਪਤਾ ਲੱਗ ਰਹੀ ਸਾਨੂੰ। ਮੈਂ ਖੁਦ ਖਾਦਾਂ ਨੂੰ ਇਹਨਾਂ ਡੀਲ ਕਰਦਾ ਰਿਹਾ ਵਾਂ ਕਿ ਡਾਕਟਰ ਚੌਧਰੀ ਕਹਿ ਰਹੇ ਆ ਕਿ ਜਿਨ੍ਹਾਂ ਜ਼ਮੀਨਾਂ ਵਿੱਚ 20 ਕਿਲੋ ਉੱਪਰ ਆਲਰੇਡੀ ਫਾਸਫੋਰਸ ਹੈਗੀ ਆ, ਉੱਥੇ ਕਣਕ ਵਿੱਚ ਵੀ ਕਹਿੰਦੇ ਖਾਦ DAP ਪਾਉਣ ਦੀ ਲੋੜ ਹੀ ਨਹੀਂ। ਇਹ ਕਿਸਾਨ ਦੋਸਤੋ ਗੱਲ ਤੁਹਾਨੂੰ ਵੀ ਅਚੰਭੇ ਜ਼ਰੂਰ ਪਾਊਗੀ, ਪਰ ਕਿਉਂਕਿ ਮਾਰਾਂ ਦੇ ਮੂੰਹ ਆ ਰਹੀ ਆ, ਸਾਡਾ ਫਰਜ਼ ਬਣਦਾ ਅਸੀਂ ਮੰਨੀਏ ਗੱਲ, ਕਿਉਂਕਿ ਅਸੀਂ ਵਾਕਈ DAP ਖਾਦਾਂ ਜਿਹੜੀਆਂ ਜਾਂ ਫਾਸਫੇਟ ਖਾਦਾਂ ਬਹੁਤ ਮਹਿੰਗੀਆਂ ਹੁੰਦੀਆਂ। ਤੇ ਬਲਦੇਵ ਸਿੰਘ ਜੀ, ਤੁਸੀਂ ਚਾਨਣਾ ਪਾਓ ਕਿ ਜੋ ਚੌਧਰੀ ਸਾਹਿਬ ਨੇ ਕਿਹਾ ਵਾ ਪ੍ਰਬੰਧ ਸਰਕਾਰ ਪੂਰੇ ਰੱਖਦੀ ਹਮੇਸ਼ਾ ਹੀ, ਪਰ ਸਾਡੇ ਕਿਸਾਨ ਤੱਕ ਇਹ ਗੱਲ ਪਹੁੰਚਦੀ ਕਰਨੀ ਆ ਕਿ ਆਪਾਂ ਬੇਲੋੜੀ ਵਰਤੋਂ ਨਾ ਕਰੀਏ। ਉਹਦੇ ਬਾਰੇ ਕੀ ਕਹੋਗੇ? ਸ਼ਰਮਾ ਜੀ, ਜਿਸ ਤਰ੍ਹਾਂ ਯੂਰੀਆ 266 ਰੁਪਏ 50 ਪੈਸੇ ਦਾ ਇੱਕ ਥੈਲਾ ਆਉਂਦਾ,
ਭਾਰਤ ਸਰਕਾਰ ਵੱਲੋਂ 1000 ਰੁਪਈਆ ਜਿਹੜੀ ਇਸ ਤੇ ਸਬਸਿਡੀ ਦਿੱਤੀ ਜਾਂਦੀ ਹੈ। ਜੇ ਡੀਏਪੀ ਦੀ ਗੱਲ ਕਰੀਏ, ਇੱਕ ਥੈਲੇ ਦਾ ਰੇਟ ਜਿਹੜਾ 1200 ਰੁਪਏ ਆ, ਸੇ 1212 ਰੁਪਏ ਜਿਹੜੀ ਆ ਭਾਰਤ ਸਰਕਾਰ ਵੱਲੋਂ ਜਿਹੜੀ ਇਸ ਤੇ ਸਬਸਿਡੀ ਦਿੱਤੀ ਆ। 2500 ਦਾ ਬੋਰਾ ਪੈਂਦਾ ਸਰਕਾਰ ਨੂੰ। ਬਿਲਕੁਲ ਇਹ 2400 ਦਾ ਤੋਂ ਉੱਪਰ ਹੀ ਪੈਂਦਾ। ਤੇ ਸ਼ਰਮਾ ਜੀ ਇਸ ਕਰਕੇ ਵੀ ਸਾਡੇ ਕਿਸਾਨ ਵੀਰਾਂ ਨੂੰ ਸੋਚ ਸਮਝ ਕੇ ਜਿਹੜਾ ਆਪਣੀਆਂ ਫਾਸਫੇਟਿਕ ਖਾਦਾਂ ਨੇਗੀਆਂ ਉਹਨਾਂ ਨੂੰ ਵਰਤਣ ਦੀ ਲੋੜ ਆ। ਜਿਸ ਤਰ੍ਹਾਂ ਡਾਕਟਰ ਚੌਧਰੀ ਸਾਹਿਬ ਨੇ ਦੱਸਿਆ ਵੀ 50 ਤੋਂ ਲੈ ਕੇ 60% ਜ਼ਮੀਨਾਂ ਦੇ ਵਿੱਚ ਸਾਡਾ ਫਾਸਫੋਰਸ ਜਿਹੜੀ ਆ ਵੱਧ ਸ਼੍ਰੇਣੀ ਦੇ ਵਿੱਚ ਆਉਂਦਾ, ਪਹਿਲੇ ਉਪਲਬਧ ਆ, ਪਹਿਲਾਂ ਹੀ ਉਪਲਬਧ ਆ। ਸੋ ਉੱਥੇ ਅਸੀਂ ਜਿਹੜੀਆਂ 25% ਖਾਦ ਘਟਾ ਸਕਦੇ ਆ। ਇਹਦੇ ਨਾਲ ਅਸੀਂ ਸਾਰੇ ਪੰਜਾਬ ਦੀ, ਜੇ ਅਸੀਂ ਸਾਡੀ 5.5 ਲੱਖ ਟਨ ਲੱਗਣੀ ਆ ਤਾਂ ਉੱਥੇ ਸਾਡਾ 4.5 ਲੱਖ ਟਨ ਦੇ ਨਾਲ ਵੀ ਜਿਹੜਾ ਉਹ ਸਰ ਸਕਦਾ। ਸੋ ਇਸ ਕਰਕੇ ਕਿਸਾਨ ਵੀਰੋ, ਆਪਾਂ ਇਸੇ ਕਰਕੇ ਸ਼ਰਮਾ ਜੀ ਨੂੰ ਪਹਿਲਾਂ ਦੱਸਿਆ ਸੀ ਵੀ ਜਿਹੜੇ ਸੋਇਲ ਹੈਲਥ ਕਾਰਡ ਦੀ ਕੀ ਮਹੱਤਤਾ, ਇਹੀ ਤੁਹਾਡੇ ਜਿਹੜਾ ਕਾਰਡ ਆ ਇਹ ਇਹਨਾਂ ਦੇ ਕੰਮ ਆਊਗਾ। ਦੋਸਤੋ ਇਹ ਗੱਲ ਜਿਹੜੀ ਆ ਇਹ ਵਾਕਈ ਸਾਡੇ ਵਾਸਤੇ ਬਹੁਤ ਤਸੱਲੀ ਵਾਲੀ ਆ ਕਿ ਅਸੀਂ ਮਾਈਂਡ ਨਾ ਕਰੀਏ, ਅਸੀਂ ਵਾਕਈ ਡੀਏਪੀ ਬਹੁਤ ਜ਼ਿਆਦਾ ਪਾਉਂਦੇ ਆ। ਜਿਵੇਂ ਦੱਸਿਆ ਬਲਦੇਵ ਸਿੰਘ ਨੇ ਵੀ 2400 ਰੁਪਏ ਦਾ ਬੋਰਾ ਆਪਾਂ ਨੂੰ 1200 ਰੁਪਏ ਮਿਲਦਾ ਵਾ, ਪਰ 1200 ਸਰਕਾਰ ਨੂੰ ਪੁੱਲਣੇ ਪਾਉਣੇ ਪੈਂਦੇ ਆ। ਤੇ ਜੇ ਲੋੜ ਹੀ ਨਹੀਂ ਅਸੀਂ ਕਿਉਂ ਪਾਉਂਦੇ ਆ? ਇਹ ਗੱਲ ਜਿਹੜੀ ਆ ਕਿਸਾਨ ਦੋਸਤੋ ਬਿਲਕੁਲ ਸਮਝਣ ਵਾਲੀ ਆ। ਤੇ ਮੈਂ ਚੌਧਰੀ ਸਾਹਿਬ ਅਖੀਰ ਤੁਹਾਡੇ ਕੋਲ ਆ ਰਿਹਾ ਕਿ ਜਿਹੜੀਆਂ ਜੈਵਿਕ ਖਾਦਾਂ ਵਾ ਉਹਨਾਂ ਦੀ ਕੀ ਭੂਮਿਕਾ ਹੈਗੀ ਆ, ਖਾਸ ਤੌਰ ਤੇ ਫਾਸਫੋਰਸ ਖਾਦਾਂ ਵਾ ਇਹਦੀ ਵਰਤੋਂ ਘਟਾਉਣ 'ਚ? ਸ਼ਰਮਾ ਜੀ, ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਕਿ ਜੈਵਿਕ ਖਾਦਾਂ ਜਿਹੜੀਆਂ ਨੇ ਆਪਣੇ ਖੁਰਾਕੀ ਤੱਤ ਜਾਂ ਜ਼ਰੂਰੀ ਤੱਤਾਂ ਦਾ ਸਰੋਤ ਨੇ। ਤੇ ਜੇ ਫਾਸਫੋਰਸ ਦੀ ਪਰਟੀਕੂਲਰਲੀ ਅਸੀਂ ਖਾਸ ਤੌਰ 'ਤੇ ਫਾਸਫੋਰਸ ਦੀ ਗੱਲ ਕਰੀਏ ਤੇ ਜੈਵਿਕ ਖਾਦਾਂ ਪਾਉਣ ਨਾਲ, ਜਿਵੇਂ ਰੂੜੀ, ਪ੍ਰੈਸ ਮੱਡ, ਗੋਬਰ ਗੈਸ ਸਲਰੀ, ਮੁਰਗੀਆਂ ਦੀ ਖਾਦ, ਝੋਨੇ ਦੀ ਫੱਕ ਦੀ ਸਵਾਹ ਜਾਂ ਗੰਨੇ ਦੀ ਗੁੱਦੀ ਦੀ ਸਵਾਹ ਜਾਂ ਹੋਰ ਇੱਦਾਂ ਦੇ ਕੰਪੋਸਟ, ਜਿਹੜੀ ਕੰਪੋਸਟ ਬਣਦੀ ਹੈ, ਇਹਨਾਂ ਸਾਰਿਆਂ ਨਾਲ ਵੱਖਰੇ ਵੱਖਰੇ ਰੇਟ ਨੇ। ਜਿੱਦਾਂ ਰੂੜੀ ਹੈ ਅਤੇ ਪ੍ਰੈਸ ਮੱਡ 6 ਟਨ ਪ੍ਰਤੀ ਏਕੜ, ਜਿਵੇਂ ਤੁਹਾਡਾ ਕੰਪੋਸਟ ਹੈ, ਗੋਬਰ ਗੈਸ ਸਲਰੀ ਹੈ ਅਤੇ ਮੁਰਗੀਆਂ ਦੀ ਖਾਦ ਹੈ 2.5 ਟਨ ਪ੍ਰਤੀ ਏਕੜ, ਜਾਂ ਜਿਹੜੀਆਂ ਮੈਂ ਸਵਾਵਾਂ ਦੀ ਗੱਲ ਕੀਤੀ ਹੈ, ਝੋਨੇ ਦੀ ਫੱਕ ਦੀ ਸਵਾਹ ਅਤੇ ਗੰਨੇ ਦੀ ਗੁੱਦੀ ਦੀ ਸਵਾਹ 4 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਜੇ ਪਾਏ ਜਾਵੇ ਤਾਂ ਫਾਸਫੋਰਸ ਨੂੰ, ਕਣਕ ਨੂੰ ਫਾਸਫੋਰਸ ਪਾਉਣ ਵਾਲੀ ਮਕਦਾਰ ਨੂੰ ਅੱਧਾ ਕੀਤਾ ਜਾ ਸਕਦਾ, ਯਾਨੀ ਕਿ 50% ਅਸੀਂ ਖਾਦ ਬਚਾ ਸਕਦੇ ਹਾਂ। ਇਸ ਤੋਂ ਇਲਾਵਾ ਜਿਹੜੀ ਅਸੀਂ ਅੱਜ ਕੱਲ੍ਹ ਕਹਿੰਦੇ ਹਾਂ ਵੀ ਝੋਨੇ 'ਚ ਰਹਿੰਦ ਖੂੰਹਦ ਜਿਹੜੀ ਆ ਜ਼ਮੀਨ ਦੇ ਵਿੱਚ ਹੀ ਮਿਲਾਓ ਜਾਂ ਜ਼ਮੀਨ ਦੇ ਵਿੱਚ ਹੀ ਵਾਹੋ, ਉਹਦੇ ਨਾਲ ਵੀ 25 ਤੋਂ 50% ਖਾਦ, ਫਾਸਫੋਰਸ ਖਾਦ ਦੀ ਬਚਤ ਹੋ ਸਕਦੀ ਹੈ ਜੇ ਤੁਸੀਂ ਜ਼ਮੀਨ ਦੀ ਰਹਿੰਦ ਖੂੰਹਦ 3 ਸਾਲ ਤੋਂ ਲਗਾਤਾਰ 3 ਸਾਲ ਜਾਂ 3 ਸਾਲ ਤੋਂ ਵੱਧ ਲਗਾਤਾਰ ਉਹਦੇ ਜ਼ਮੀਨ ਦੀ ਰਹਿੰਦ ਖੂੰਹਦ ਜ਼ਮੀਨ 'ਚ ਹੀ ਸੰਭਾਲ ਰਹੇ ਹੋ ਤਾਂ। ਕਿਸਾਨ ਦੋਸਤੋ, ਸਾਡੀਆਂ ਗੱਲਾਂ ਤਾਂ ਹਲੇ ਹੋਰ ਵੀ ਬਾਕੀ ਆ, ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਮੈਂ ਤੁਹਾਡੇ ਵੱਲੋਂ, ਆਪਣੇ ਵੱਲੋਂ, ਪੰਜਾਬ ਐਗਰੋ ਵੱਲੋਂ ਧੰਨਵਾਦ ਕਰੂੰਗਾ। ਡਾਕਟਰ ਬਲਦੇਵ ਸਿੰਘ ਜੀ ਤੁਹਾਡਾ, ਚੌਧਰੀ ਸਾਹਿਬ ਤੁਹਾਡਾ ਇੱਥੇ ਆਉਣ ਲਈ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ। ਯਾਦ ਰੱਖੋ ਪਨਸੀਡ ਕਣਕ ਦਾ ਬੀਜ ਹੈ ਕੀਤਾ ਤਿਆਰ ਕਿਸਾਨਾਂ ਲਈ, ਨਵਾਂ ਸੁਧਰਿਆ ਬੀਜ ਤਸੱਲੀ ਬਖਸ਼ ਮੁਨਾਫੇਦਾਰ ਤੇ ਬਹੁਤਾ ਝਾੜ ਕਿਸਾਨਾਂ ਲਈ। ਯਾਦ ਰੱਖੋ ਪਨਸੀਡ ਕਣਕ ਦਾ ਬੀਜ ਕਮਾਲ ਦੀ ਚੀਜ਼। ਬੀਜ ਖਰੀਦਣ ਲਈ ਨੇੜੇ ਦੇ ਪੰਛੀ ਡੀਲਰ ਜਾਂ ਬਲਾਕ ਵਿਕਾਸ ਖੇਤੀ ਅਧਿਕਾਰੀ ਨਾਲ ਸੰਪਰਕ ਕਰੋ। ਸੁਣੋ ਭਰਾਵੋ ਸਿਹਤ ਵਾਸਤੇ ਗੱਲ ਸਿਆਣਿਆਂ ਦੱਸੀ, ਸਹੀ ਭਰੋਸੇਮੰਦ ਵੇਰਕਾ ਦੁੱਧ ਦਹੀਂ ਤੇ ਲੱਸੀ। ਪੰਜਾਬ ਮੇਰੇ ਦੇ ਵੀਰ, ਇਹਨਾਂ ਦੇ ਮਿਰਗਾਂ ਜਿਹੇ ਸ਼ਰੀਰ, ਹੌਸਲੇ ਸ਼ੇਰਾਂ ਵਰਗੇ ਨੇ। ਵੇਰਕਾ ਦਾ ਦੁੱਧ ਪੀਂਦਾ, ਵੇਰਕਾ ਦਾ ਦੁੱਧ। ਆਮ ਕਿਸਾਨ ਨੂੰ ਬਣਾਵੇ ਹਾਈ ਅਚੀਵਰ, ਪੰਜਾਬ ਐਗਰੋ ਦਾ 5 ਰਿਵਰ। ਪੰਜਾਬ ਐਗਰੋ ਦੇ ਟੀਵੀ ਸ਼ੋਅ 5 ਰਿਵਰ ਦੇਖ ਰਹੇ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਅੱਜ ਆਪਾਂ ਪਹੁੰਚੇ ਹਾਂ ਕ੍ਰਿਸ਼ੀ ਵਿਗਿਆਨ ਕੇਂਦਰ ਫਤਿਹਗੜ੍ਹ ਸਾਹਿਬ ਵਿੱਚ ਅਤੇ ਗੱਲਬਾਤ ਦਾ ਵਿਸ਼ਾ ਲੈ ਕੇ ਆ ਰਹੇ ਹਾਂ ਹਾੜੀ ਦੀ ਫਸਲਾਂ ਵਿੱਚ ਫਾਸਫੋਰਸ ਖਾਦਾਂ ਦੀ ਸੁਚੱਜੀ ਵਰਤੋਂ। ਤੇ ਤੁਹਾਨੂੰ ਮਿਲਾਉਣ ਲੈ ਕੇ ਜਾ ਰਹੇ ਹਾਂ ਭੂਮੀ ਵਿਗਿਆਨੀ ਡਾਕਟਰ ਅਜੇ ਜੀ ਨਾਲ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਡਾਕਟਰ ਸਾਹਿਬ, ਹਾੜੀ ਦੀ ਫਸਲਾਂ ਵਿੱਚ ਆਪਾਂ ਫਾਸਫੋਰਸ ਖਾਦਾਂ ਦੀ ਸੁਚੱਜੀ ਵਰਤੋਂ ਕਿਵੇਂ ਕਰ ਸਕਦੇ ਹਾਂ? ਪਹਿਲਾਂ ਤਾਂ ਸਾਰੇ ਹੀ ਕਿਸਾਨ ਵੀਰ ਭਲੀ ਭਾਂਤ ਜਾਣੂ ਹੈਗੇ ਆ ਕਿ ਜਿਹੜੀਆਂ ਖਾਦਾਂ ਹੈਗੀਆਂ ਆਪਣੀਆਂ ਬਹੁਤ ਮਹਿੰਗੀਆਂ ਹੋ ਚੁੱਕੀਆਂ। ਉਹਦੇ ਵਿੱਚ ਖਾਸ ਕਰਕੇ ਜਿਹੜੀ ਆਪਣੀ ਫਾਸਫੋਰਸ ਵਾਲੀ ਖਾਦ ਦਾ ਤੁਸੀਂ ਜ਼ਿਕਰ ਕੀਤਾ, ਉਹ ਆਪਣੀ DAP ਵਾਲੀ ਖਾਦ ਹੈਗੀ ਹੈ, ਜਿਹਦੇ ਵਿੱਚ ਆਪਣਾ ਫਾਸਫੋਰਸ ਤੱਤ ਹੈ। ਉਹ ਸਾਰਿਆਂ ਨੂੰ ਪਤਾ ਹੈ ਕਿ ਬੜੀ ਮਹਿੰਗੀ ਖਾਦ ਹੈਗੀ ਹੈ, ਖੇਤੀ ਖਰਚਾ ਆਪਣਾ ਵੱਧਦਾ ਜਾ ਰਿਹਾ। ਤਾਂ ਇਸ ਲਈ ਬੜਾ ਜ਼ਰੂਰੀ ਹੈ ਕਿ ਵੀ ਆਪਾਂ ਜਿਹੜੀ ਖਾਦ ਹੈਗੀ ਹੈ ਫਸਲ ਦੀ ਲੋੜ ਅਨੁਸਾਰ ਆਪਾਂ ਖਾਦ ਪਾਉਣੀ ਹੈ। ਜਿਵੇਂ ਆਪਾਂ ਹਾੜੀ ਦੀ ਫਸਲਾਂ ਦੀ ਗੱਲ ਕੀਤੀ ਹੈ, ਉਹਦੇ ਵਿੱਚ ਕਣਕ ਆਪਣੀ ਮੁੱਖ ਫਸਲ ਹੈ। ਉੱਥੇ ਯੂਨੀਵਰਸਿਟੀ ਸਿਫਾਰਿਸ਼ ਕਰਦੀ ਹੈ ਜੇਕਰ ਤੁਸੀਂ ਕਣਕ ਦੀ ਫਸਲ, ਜਿਹੜੀ ਕਣਕ ਦੀ ਫਸਲ ਆ, ਉਹਨੂੰ ਤੁਸੀਂ ਸਿਫਾਰਿਸ਼ ਕੀਤੀ ਹੋਈ ਮਾਤਰਾ
DAP ਵਾਲੀ ਖਾਦ ਪਾਈ ਹੋਈ ਹੈ। ਆਪਾਂ ਕਹਿ ਦਿੰਦੇ ਯੂਨੀਵਰਸਿਟੀ ਨੇ ਸਿਫਾਰਿਸ਼ ਕੀਤੀ ਹੈ ਜੇਕਰ ਤੁਸੀਂ 55 ਕਿਲੋ DAP ਪ੍ਰਤੀ ਏਕੜ ਦੇ ਹਿਸਾਬ ਨਾਲ ਪਾਈ ਹੈ ਤਾਂ ਉਸ ਤੋਂ ਬਾਅਦ ਲੱਗਣ ਵਾਲੀ ਜਿਹੜੀ ਵੀ ਕੋਈ ਫਸਲ ਹੈ, ਜਿਵੇਂ ਆਪਾਂ ਕਹਿ ਲਈਏ ਝੋਨਾ ਹੈ, ਨਰਮਾ ਹੈ, ਮੱਕੀ ਹੈ, ਤਾਂ ਉਸ ਫਸਲ ਨੂੰ ਆਪਾਂ ਨੂੰ ਜਿਹੜੀ ਹੈਗੀ ਹੈ DAP ਵਾਲੀ ਖਾਦ ਜਾਂ ਸੁਪਰ ਵਾਲੀ ਖਾਦ ਜਿਹੜੀ ਹੈਗੀ ਹੈ, ਜਾਂ ਆਪਾਂ ਕਹਿ ਲਈਏ ਫਾਸਫੋਰਸ ਵਾਲੀ ਖਾਦ ਹੈਗੀ ਹੈ, ਉਹ ਆਪਾਂ ਨੂੰ ਵਰਤਣ ਦੀ ਲੋੜ ਨਹੀਂ ਹੈਗੀ। ਡਾਕਟਰ ਸਾਹਿਬ, ਇੱਥੇ ਤੁਸੀਂ ਜ਼ਿਕਰ ਕੀਤਾ ਕਿ ਜਿਹੜੀ ਸੋਨੀ ਦੀ ਫਸਲਾਂ ਮੇਨਲੀ ਝੋਨਾ, ਮੱਕੀ ਤੇ ਨਰਮਾ, ਇਹਦੇ 'ਚ ਫਾਸਫੋਰਸ ਖਾਦਾਂ ਦੀ ਲੋੜ ਕਿਉਂ ਨਹੀਂ ਹੈ? ਹਾਂਜੀ, ਦੇਖੋ ਜਿਵੇਂ ਮੈਂ ਗੱਲ ਕੀਤੀ ਹੈ ਕਿ ਵੀ ਫਾਸਫੋਰਸ ਵਾਲਾ ਜਿਹੜਾ ਤੱਤ ਹੈਗਾ, ਇਹ ਜਿਹੜਾ ਤੱਤ ਹੈਗਾ ਇਹ ਘੁਲਣਸ਼ੀਲ ਤੱਤ ਨਹੀਂ ਹੈਗਾ। ਜਿਵੇਂ ਕਿ ਜਿਹੜਾ ਯੂਰੀਆ, ਜਿਹੜਾ ਆਪਾਂ ਨਾਈਟ੍ਰੋਜਨ ਤੱਤ ਨੂੰ ਪੂਰਾ ਕਰਨ ਲਈ ਆਪਾਂ ਯੂਰੀਆ ਖਾਦ ਪਾਉਂਦੇ ਆ, ਉਹ ਘੁਲਣਸ਼ੀਲ ਖਾਦ ਹੁੰਦੀ ਹੈ। ਪਰ ਜਿਹੜੀ ਫਾਸਫੋਰਸ ਵਾਲੀ ਜਿਹੜੀ ਖਾਦ ਹੈ DAP ਜਾਂ ਸੁਪਰ ਵਾਲੀ ਖਾਦ ਕਹਿ ਲਈਏ, ਸਿੰਗਲ ਸੁਪਰ ਫਾਸਫੇਟ, ਇਹ ਬਹੁਤੀ ਘੁਲਣਸ਼ੀਲ ਖਾਦ ਨਹੀਂ ਹੁੰਦੀ ਗੀ। ਕਣਕ ਵੇਲੇ ਜਦੋਂ ਵੀ ਆਪਾਂ ਮਤਲਬ ਸਿਫਾਰਿਸ਼ ਕੀਤੀ ਹੋਈ ਜਿਹੜੀ ਆਪਾਂ ਖਾਦ ਪਾਉਂਦੇ ਹਾਂ DAP ਦੇ ਰੂਪ ਦੇ ਵਿੱਚ ਆਪਾਂ ਫਾਸਫੋਰਸ ਤੱਤ ਪਾਉਂਦੇ ਹਾਂ, ਤਾਂ ਉਸ ਵੇਲੇ ਕੀ ਹੁੰਦਾ ਹੈ ਕਿ ਜਿਹੜੀ ਹਰ ਇੱਕ ਜਿਹੜੀ ਇੱਕ ਫਸਲ ਹੈਗੀ ਹੈ, ਜਾਂ ਕਣਕ ਦੀ ਆਪਾਂ ਫਸਲ ਦੀ ਗੱਲ ਕਰ ਲਈਏ, ਉਹਦੀ ਆਪਣੀ ਇੱਕ ਸਮਰੱਥਾ ਹੁੰਦੀ ਹੈ। ਉਹਨੇ ਸਮਰੱਥਾ ਦੇ ਅਨੁਸਾਰ ਆਪਣੇ ਵਿਕਾਸ ਲਈ, ਵਾਧੇ ਦੇ ਲਈ ਜਿੰਨੇ ਕਿ ਤੱਤ ਦੀ ਉਹਨੂੰ ਜ਼ਰੂਰਤ ਹੈਗੀ ਆ, ਉਹਨਾਂ ਉਹਨੇ ਫਾਸਫੋਰਸ ਵਾਲਾ ਜਿਹੜਾ ਤੱਤ ਹੈਗਾ ਉਹ ਵਰਤ ਲੈਣਾ। ਬਾਕੀ ਜਿਹੜਾ ਫਾਸਫੋਰਸ ਵਾਲਾ ਜਿਹੜਾ ਤੱਤ ਹੈਗਾ ਉਹ ਮਿੱਟੀ ਦੇ ਵਿੱਚ ਜਜ਼ਬ ਹੋ ਜਾਣਾ। ਡਾਕਟਰ ਸਾਹਿਬ, ਮਿੱਟੀ ਵਿੱਚ ਆਰਗੈਨਿਕ ਕਾਰਬਨ, ਹਾਂਜੀ, ਉਹਦੀ ਮਾਤਰਾ ਕਿਵੇਂ ਨਿਰਧਾਰਿਤ ਕਰਦੀ ਹੈ ਫਾਸਫੋਰਸ ਦੀ ਲੋੜ ਨੂੰ? ਹਾਂਜੀ, ਜਿਹੜੀ ਆਪਾਂ ਗੱਲ ਕੀਤੀ ਹੈ ਜੀਵਕ ਕਾਰਬਨ ਦੀ, ਇਹਨੂੰ ਜਾਂ ਆਪਾਂ ਆਰਗੈਨਿਕ ਕਾਰਬਨ ਕਹਿ ਦਿੰਦੇ ਆ ਜਾਂ ਜੀਵਕ ਕਾਰਬਨ ਕਹਿ ਦਿੰਦੇ ਆ। ਮਿੱਟੀ ਦੇ ਵਿੱਚ ਨਾਈਟ੍ਰੋਜਨ ਦਾ ਜਿਹੜਾ ਤੱਤ ਹੈਗਾ ਉਹਦੇ ਬਾਰੇ ਇਹ ਦੱਸਦੀ ਹੈ ਕਿ ਵੀ ਆਪਾਂ ਨਾਈਟ੍ਰੋਜਨ ਤੱਤ ਜਾਂ ਯੂਰੀਆ ਆਪਾਂ ਫਸਲ ਨੂੰ ਕਿੰਨਾ ਪਾਉਣਾ। ਪਰ ਜਿਹੜੀ ਇਹਦੀ ਮਿਕਦਾਰ ਹੈਗੀ ਹੈ ਉਹ ਫਾਸਫੋਰਸ ਵਾਲੀ ਜਿਹੜਾ ਤੱਤ ਹੈਗਾ ਉਹਦੀ ਮਾਤਰਾ ਨੂੰ ਵੀ ਨਿਰਧਾਰਿਤ ਕਰਦੀ ਹੈ। ਜੇਕਰ ਆਪਾਂ ਫਾਸਫੋਰਸ ਦੀ ਆਪਾਂ ਗੱਲ ਕਰ ਲਈਏ ਤਾਂ ਇਹਨੂੰ 4 ਸ਼੍ਰੇਣੀਆਂ ਦੇ ਵਿੱਚ ਵੰਡਿਆ ਗਿਆ, ਜਿਹੜੀ 5 ਕਿਲੋ ਪ੍ਰਤੀ ਏਕੜ ਤੋਂ ਘੱਟ ਹੈ, ਦਰਮਿਆਨੀ 5 ਤੋਂ 9 ਕਿਲੋ ਪ੍ਰਤੀ ਏਕੜ, ਜਾਂ ਆਪਾਂ ਕਹਿ ਲਈਏ ਜ਼ਿਆਦਾ ਜਿਹੜੀ 9 ਤੋਂ 20 ਕਿਲੋ ਪ੍ਰਤੀ ਏਕੜ, ਜਾਂ ਜਿਹੜੀ ਹੈਗੀ ਹੈ ਬਹੁਤ ਜ਼ਿਆਦਾ 20 ਕਿਲੋ ਏਕੜ ਤੋਂ 20 ਕਿਲੋ ਪ੍ਰਤੀ ਏਕੜ ਤੋਂ ਜਿਹੜੀ ਵੱਧ ਹੈਗੀ ਹੈ, ਉਹ ਆ ਫਾਸਫੋਰਸ ਦੀਆਂ ਸ਼੍ਰੇਣੀਆਂ। ਤੇ ਜੇਕਰ ਆਪਾਂ ਆਰਗੈਨਿਕ ਕਾਰਬਨ ਜਾਂ ਜੈਵਿਕ ਕਾਰਬਨ ਦੀ ਗੱਲ ਕਰੀਏ, ਜੇਕਰ ਆਪਣਾ ਮਿੱਟੀ ਦੇ ਵਿਚਲਾ ਜਿਹੜਾ ਜੈਵਿਕ ਕਾਰਬਨ 0.4% ਤੋਂ ਘੱਟ ਹੈ, ਤੇ ਉੱਥੇ ਜਿਹੜੀ ਫਾਸਫੋਰਸ ਦੀ ਜਿਹੜੀ ਸ਼੍ਰੇਣੀ ਹੈਗੀ ਹੈ ਉਹ 5 ਕਿਲੋ ਪ੍ਰਤੀ ਏਕੜ ਤੋਂ ਘੱਟ ਹੁੰਦੀ ਹੈ, ਤਾਂ ਸਿਫਾਰਿਸ਼ ਕੀਤੀ ਹੋਈ ਜਿਹੜੀ ਫਾਸਫੋਰਸ ਦੀ ਜਿਹੜੀ ਮਾਤਰਾ ਹੈਗੀ ਹੈ ਉਹ ਆਪਾਂ ਜਿੰਨੀ ਸਿਫਾਰਿਸ਼ ਕੀਤੀ ਹੋਈ ਹੈ ਫਾਸਫੋਰਸ ਦੀ ਮਾਤਰਾ, ਉਸ ਤੋਂ ਆਪਾਂ 25% ਵੱਧ ਪਾਉਣੀ ਹੈ। ਇਸੇ ਤਰ੍ਹਾਂ ਜੇਕਰ ਮਿੱਟੀ ਵਿਚਲਾ ਜਿਹੜਾ ਤੱਤ, ਜਿਹੜਾ ਫਾਸਫੋਰਸ ਵਾਲਾ ਜਿਹੜਾ ਤੱਤ ਹੈਗਾ ਉਹ 20 ਕਿਲੋ ਪ੍ਰਤੀ ਏਕੜ ਤੋਂ ਵੱਧ ਹੈਗਾ, ਜਾਂ ਆਪਾਂ ਕਹਿ ਲਈਏ ਕਿ ਜਿਹੜਾ ਆਰਗੈਨਿਕ ਕਾਰਬਨ, ਜਿਹੜਾ ਜੈਵਿਕ ਕਾਰਬਨ ਹੈਗਾ 0.6% ਤੋਂ ਵੱਧ ਹੈਗਾ, ਤੇ ਜਿਹੜਾ ਫਾਸਫੋਰਸ ਵਾਲਾ ਤੱਤ 20 ਕਿਲੋ ਪ੍ਰਤੀ ਏਕੜ ਤੋਂ ਵੱਧ ਹੈਗਾ, ਤਾਂ ਉੱਥੇ ਆਪਾਂ ਨੂੰ ਫਾਸਫੋਰਸ ਵਾਲੇ ਤੱਤ ਜਾਂ ਫਾਸਫੋਰਸ ਵਾਲੀ ਖਾਦ ਬਿਲਕੁਲ ਵਰਤਣ ਦੀ ਆਪਾਂ ਨੂੰ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ। ਡਾਕਟਰ ਸਾਹਿਬ, ਅਖੀਰ 'ਚ ਤੁਸੀਂ ਕਿਸਾਨ ਵੀਰਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਕਿਸਾਨ ਵੀਰਾਂ ਨੂੰ ਆਪਦੇ ਵੱਲੋਂ ਇਹੀ ਅਪੀਲ ਕਰਨਾ ਚਾਹੂੰਗਾ, ਜਾਂ ਇਹ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਉਹ ਜਿਹੜੀਆਂ ਵੀ ਖਾਦਾਂ ਆਪਣੇ ਖੇਤਾਂ ਦੇ ਵਿੱਚ ਪਾਉਣਾ ਚਾਹੁੰਦੇ ਆ, ਪਹਿਲਾਂ ਤਾਂ ਉਹ ਲੋੜ ਅਨੁਸਾਰ ਖਾਦਾਂ ਪਾਉਣ, ਤੇ ਮਿੱਟੀ ਪਰਖ ਦੇ ਆਧਾਰ 'ਤੇ ਹੀ ਖਾਦਾਂ ਪਾਉਣ। ਫਾਸਫੋਰਸ ਦੀ ਆਪਾਂ ਜਿਹੜੀ ਗੱਲ ਕੀਤੀ ਹੈਗੀ ਹੈ, ਯੂਨੀਵਰਸਿਟੀ ਦੇ ਕੋਈ ਵੀ ਵਿਗਿਆਨੀ ਜਾਂ ਖੇਤੀਬਾੜੀ ਆਪਣਾ ਕ੍ਰਿਸ਼ੀ ਵਿਗਿਆਨ ਜਿਹੜਾ ਕੇਂਦਰ ਹੈਗੇ ਆ, ਉੱਥੋਂ ਦੇ ਵਿਗਿਆਨੀਆਂ ਦੇ ਨਾਲ ਆਪਣਾ ਸੰਪਰਕ ਕਰਨ, ਰਾਬਤਾ ਕਰਨ। ਜੇਕਰ ਆਪਾਂ ਵੱਧ ਖਾਦਾਂ ਵਰਤਾਂਗੇ ਤੇ ਇਹਦੇ ਨਾਲ ਆਪਣਾ ਜਿਹੜਾ ਆਰਥਿਕ ਨੁਕਸਾਨ ਹੋਣਾ। ਦੂਸਰੇ ਪਾਸੇ ਜਿਹੜੇ ਤੱਤ ਹੈਗੇ, ਛੋਟੇ ਤੱਤ, ਜ਼ਿੰਕ ਵਰਗਾ ਜਿਹੜਾ ਤੱਤ ਹੈਗਾ, ਉਹਦੀ ਵੀ ਵੱਧ, ਜੇਕਰ ਆਪਾਂ ਫਾਸਫੋਰਸ ਵਾਲੀ ਖਾਦ ਵੱਧ ਵਰਤਦੇ ਹਾਂ ਤਾਂ ਆਪਣੀ ਮਿੱਟੀ ਦੇ ਵਿੱਚ ਫਾਸਫੋਰਸ, ਜ਼ਿੰਕ ਵਾਲੇ ਤੱਤ ਦੀ ਵੀ ਉੱਥੇ ਘਾਟ ਆ ਜਾਂਦੀ ਹੈ, ਤੇ ਇਸ ਦੇ ਨਾਲ ਆਪਣਾ ਜਿਹੜਾ ਹੈਗਾ ਖਰਚਾ ਉਹ ਵੀ ਵੱਧਦਾ। ਡਾਕਟਰ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸਾਡੇ ਨਾਲ ਤੇ ਕਿਸਾਨ ਵੀਰਾਂ ਨਾਲ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਸੁਣੋ ਭਰਾਵੋ ਸਿਹਤ ਵਾਸਤੇ ਗੱਲ ਸਿਆਣਿਆਂ ਦੱਸੀ, ਸਹੀ ਭਰੋਸੇਮੰਦ ਵੇਰਕਾ ਦੁੱਧ ਦਹੀਂ ਤੇ ਲੱਸੀ। ਇਹ ਪੰਜਾਬ ਮੇਰੇ ਦੇ ਵੀਰ, ਇਹਨਾਂ ਦੇ ਮਿਰਗਾਂ ਜਿਹੇ ਸ਼ਰੀਰ, ਹੌਸਲੇ ਸ਼ੇਰਾਂ ਵਰਗੇ ਨੇ। ਵੇਰਕਾ ਦਾ ਦੁੱਧ ਪੀਂਦੇ, ਵੇਰਕਾ ਦਾ ਦੁੱਧ। ਆਮ ਕਿਸਾਨ ਨੂੰ ਬਣਾਵੇ ਹਾਈ ਅਚੀਵਰ, ਪੰਜਾਬ ਐਗਰੋ ਦਾ 5 ਰਿਵਰ। ਯਾਦ ਰੱਖੋ ਪਨਸੀਡ ਕਣਕ ਦਾ ਬੀਜ ਹੈ ਕੀਤਾ ਤਿਆਰ ਕਿਸਾਨਾਂ ਲਈ। ਨਵਾਂ ਸੁਧਰਿਆ ਬੀਜ ਤਸੱਲੀ ਬਖਸ਼ ਮੁਨਾਫੇਦਾਰ ਤੇ ਬਹੁਤਾ ਝਾੜ ਕਿਸਾਨਾਂ ਲਈ। ਯਾਦ ਰੱਖੋ
ਲਈ ਨੇੜੇ ਦੇ ਪੰਛੀ ਡੀਲਰ ਜਾਂ ਬਲਾਕ ਵਿਕਾਸ ਖੇਤੀ ਅਧਿਕਾਰੀ ਨਾਲ ਸੰਪਰਕ ਕਰੋ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਸਤਵੀਰ ਸੱਤੀ। ਤੁਸੀਂ ਵੇਖ ਰਹੇ ਹੋ ਪੰਜਾਬ ਐਗਰੋ ਦਾ ਹਫਤਾਵਾਰੀ ਪ੍ਰੋਗਰਾਮ 5 ਰਿਵਰਸ ਤੇ ਹੁਣ ਪੇਸ਼ ਨੇ ਡਾਕਟਰ ਰਣਜੀਤ ਸਿੰਘ ਤਾਂਬੜ, ਸਾਬਕਾ ਮੁਖੀ ਪਸਾਰ ਸਿੱਖਿਆ ਵਿਭਾਗ PAU ਵੱਲੋਂ ਲਿਖੀਆਂ ਗਈਆਂ ਖੇਤੀ ਗਤੀਵਿਧੀਆਂ। ਕਿਸਾਨ ਵੀਰੋ, ਜੌਂ ਪੰਜਾਬੀਆਂ ਦੀ ਮਹੱਤਵਪੂਰਨ ਫਸਲ ਹੈ, ਪਰ ਇਸ ਹੇਠ ਰਕਬਾ ਤਕਰੀਬਨ 7000 ਹੈਕਟੇਅਰ ਹੈ। ਪੰਜਾਬ ਵਿੱਚ ਕਾਸ਼ਤ ਲਈ DWRB 123 ਕਿਸਮ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਦਾ ਝਾੜ 20 ਕੁਇੰਟਲ ਪ੍ਰਤੀ ਏਕੜ ਤੱਕ ਪ੍ਰਾਪਤ ਹੋ ਸਕਦਾ ਹੈ। ਇਹ ਕਿਸਮ 141 ਦਿਨਾਂ ਵਿੱਚ ਪੱਕ ਜਾਂਦੀ ਹੈ। ਉਦਯੋਗ ਲਈ ਇਸ ਨੂੰ ਵਧੀਆ ਮੰਨਿਆ ਜਾਂਦਾ ਹੈ। ਇਸ ਤੋਂ ਬਗੈਰ PL 891, PL 807, DWRUB 52 ਅਤੇ PL 426 ਸਿਫਾਰਿਸ਼ ਕੀਤੀਆਂ ਕਿਸਮਾਂ ਹਨ। 1 ਏਕੜ ਲਈ 35 ਕਿਲੋ ਬੀਜ ਚਾਹੀਦਾ ਹੈ। ਜੇਕਰ ਬਿਰਾਨੀ ਖੇਤੀ ਹੈ ਤਾਂ ਇਹ ਮਾਤਰਾ 45 ਕਿਲੋ ਪ੍ਰਤੀ ਏਕੜ ਕਰ ਦੇਣੀ ਚਾਹੀਦੀ ਹੈ। ਕਿਸਾਨ ਵੀਰੋ, ਪਾਣੀ ਦੀ ਬਚਤ ਅਤੇ ਘੱਟ ਖਰਚੇ ਲਈ ਕੁਝ ਰਕਬੇ ਵਿੱਚ ਇਸ ਵਾਰ ਜੌਆਂ ਦੀ ਬਿਜਾਈ ਕਰਕੇ ਵੇਖ ਲੈਣੀ ਚਾਹੀਦੀ ਹੈ। ਸੋਏ ਅਤੇ ਸੌਂਫ ਛੋਟੀਆਂ ਫਸਲਾਂ ਹਨ, ਪਰ ਇਹਨਾਂ ਦੀ ਵਰਤੋਂ ਹਰੇਕ ਘਰ ਵਿੱਚ ਕੀਤੀ ਜਾਂਦੀ ਹੈ। ਬਾਜ਼ਾਰ ਵਿੱਚੋਂ ਖਰੀਦਣ ਦੀ ਥਾਂ ਜੇਕਰ ਇੱਕ ਕਿਆਰੀ ਇਹਨਾਂ ਦੀ ਬੀਜ ਲਈ ਜਾਵੇ ਤਾਂ ਸਾਫ਼ ਸੁਥਰੇ ਰਸਾਇਣ ਰਹਿਤ ਸੌਂਫ ਅਤੇ ਸੋਏ ਪ੍ਰਾਪਤ ਹੋ ਜਾਣਗੇ। ਇਹਨਾਂ ਦੀ ਬਿਜਾਈ ਚੰਗੀ ਤਰ੍ਹਾਂ ਤਿਆਰ ਕੀਤੇ ਖੇਤ ਵਿੱਚ ਕਰਨੀ ਚਾਹੀਦੀ ਹੈ। ਸੋਏ ਦਾ 2 ਕਿਲੋ ਅਤੇ ਸੌਂਫ ਦਾ 4 ਕਿਲੋ ਬੀਜ ਪ੍ਰਤੀ ਏਕੜ ਚਾਹੀਦਾ ਹੈ। ਬਿਜਾਈ ਕਰਦੇ ਸਮੇਂ ਲਾਈਨਾਂ ਵਿਚਕਾਰ 45 ਸੈਂਟੀਮੀਟਰ ਦਾ ਫਾਸਲਾ ਰੱਖਿਆ ਜਾਵੇ। ਬਿਜਾਈ ਚੰਗੀ ਬੱਤਰ ਵਾਲੀ ਧਰਤੀ ਵਿੱਚ ਕਰਨੀ ਚਾਹੀਦੀ ਹੈ। ਪਹਿਲਾ ਪਾਣੀ ਬਿਜਾਈ ਤੋਂ 15 ਕੁ ਦਿਨਾਂ ਪਿੱਛੋਂ ਦੇਣ ਦੀ ਲੋੜ ਪੈਂਦੀ ਹੈ। 1 ਏਕੜ ਵਿੱਚੋਂ 4 ਕੁਇੰਟਲ ਤੋਂ ਵੱਧ ਝਾੜ ਪ੍ਰਾਪਤ ਹੋ ਜਾਂਦਾ ਹੈ। ਕਿਸਾਨ ਵੀਰੋ, ਮੇਥੇ ਇੱਕ ਹੋਰ ਛੋਟੀ ਫਸਲ ਹੈ ਜਿਸ ਦੀ ਬਿਜਾਈ ਬਹੁਤੇ ਕਿਸਾਨ ਕਰਦੇ ਹਨ। ਇਸ ਦੇ ਹਰੇ ਪੱਤੇ ਸਬਜ਼ੀ ਦੇ ਕੰਮ ਆਉਂਦੇ ਹਨ ਅਤੇ ਦਾਣੇ ਮਸਾਲਿਆਂ ਵਿੱਚ ਵਰਤੇ ਜਾਂਦੇ ਹਨ। ਹਰੀ ਫਸਲ ਨੂੰ ਪਸ਼ੂਆਂ ਲਈ ਹਰੇ ਚਾਰੇ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਇਹ ਵੀ ਇੱਕ ਪੌਸ਼ਟਿਕ ਚਾਰਾ ਹੈ ਅਤੇ ਧਰਤੀ ਦੀ ਸਿਹਤ ਨੂੰ ਵੀ ਠੀਕ ਕਰਦਾ ਹੈ। ML 150 ਸਿਫਾਰਿਸ਼ ਕੀਤੀ ਕਿਸਮ ਹੈ। 1 ਏਕੜ ਵਿੱਚੋਂ 6 ਕੁਇੰਟਲ ਤੋਂ ਵੱਧ ਝਾੜ ਪ੍ਰਾਪਤ ਹੋ ਜਾਂਦਾ ਹੈ। 1 ਏਕੜ ਲਈ 12 ਕਿਲੋ ਬੀਜ ਦੀ ਲੋੜ ਹੈ। ਬਿਜਾਈ ਸਮੇਂ ਲਾਈਨਾਂ ਵਿਚਕਾਰ 22.5 ਸੈਂਟੀਮੀਟਰ ਦਾ ਫਾਸਲਾ ਰੱਖਿਆ ਜਾਵੇ। ਨਦੀਨਾਂ ਦੀ ਰੋਕਥਾਮ ਲਈ ਇੱਕ ਗੋਡੀ ਜ਼ਰੂਰ ਕਰੋ। ਕਿਸਾਨ ਵੀਰੋ, ਹਰੇ ਚਾਰਿਆਂ ਦੀ ਬਿਜਾਈ ਦਾ ਹੁਣ ਇਹ ਢੁਕਵਾਂ ਸਮਾਂ ਹੈ। ਬਰਸੀਮ ਦੀ ਬਿਜਾਈ ਤੁਸੀਂ ਘਰ ਹੀ ਲਈ ਹੋਵੇਗੀ। ਹੁਣ ਜਵੀ ਦੀ ਬਿਜਾਈ ਕੀਤੀ ਜਾ ਸਕਦੀ ਹੈ। ਪੰਜਾਬ ਵਿੱਚ ਕਾਸ਼ਤ ਲਈ OL 14, OL 12, OL 11 ਅਤੇ OL 10 ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ। 1 ਏਕੜ ਵਿੱਚੋਂ 250 ਕੁਇੰਟਲ ਤੋਂ ਵੱਧ ਹਰਾ ਚਾਰਾ ਪ੍ਰਾਪਤ ਹੋ ਜਾਂਦਾ ਹੈ। ਜੇਕਰ ਦਾਣਿਆਂ ਲਈ ਬਿਜਾਈ ਕਰਨੀ ਹੈ ਤਾਂ OL 14 ਕਿਸਮ ਤੋਂ ਕੋਈ 11 ਕੁਇੰਟਲ ਝਾੜ ਪ੍ਰਤੀ ਏਕੜ ਪ੍ਰਾਪਤ ਹੋ ਜਾਂਦਾ ਹੈ। 1 ਏਕੜ ਲਈ 25 ਕਿਲੋ ਬੀਜ ਦੀ ਵਰਤੋਂ ਕਰੋ। ਝੋਨੇ ਦੀ ਵਾਢੀ ਪਿੱਛੋਂ ਹੈਪੀ ਸੀਡਰ ਨਾਲ ਇਸ ਦੀ ਸਿੱਧੀ ਬਿਜਾਈ ਵੀ ਕੀਤੀ ਜਾ ਸਕਦੀ ਹੈ। ਕਿਸਾਨ ਵੀਰੋ, ਪੰਜਾਬ ਵਿੱਚ ਕਈ ਖੰਡ ਮਿੱਲਾਂ ਨੇ ਅਤੇ ਚੁਕੰਦਰ ਦੀ ਵਰਤੋਂ ਵੀ ਸ਼ੁਰੂ ਕਰ ਦਿੱਤੀ ਹੈ। ਜੇਕਰ ਕਿਸੇ ਖੰਡ ਮਿੱਲ ਨਾਲ ਸਮਝੌਤਾ ਹੋ ਸਕੇ ਤਾਂ ਚੁਕੰਦਰ ਦੀ ਕਾਸ਼ਤ ਕੀਤੀ ਜਾ ਸਕਦੀ ਹੈ। 1 ਏਕੜ ਵਿੱਚੋਂ 300 ਕੁਇੰਟਲ ਚੁਕੰਦਰ ਪ੍ਰਾਪਤ ਹੋ ਸਕਦੀ ਹੈ। ਫਸਲ ਤਿਆਰ ਹੋਣ ਲਈ ਕੇਵਲ 7 ਮਹੀਨੇ ਲੈਂਦੀ ਹੈ। ਬਿਜਾਈ ਵੱਟਾਂ ਉੱਤੇ ਕਰਨੀ ਚਾਹੀਦੀ ਹੈ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 20 ਸੈਂਟੀਮੀਟਰ ਰੱਖੋ। 1 ਏਕੜ ਵਿੱਚ 40,000 ਬੂਟੇ ਚਾਹੀਦੇ ਹਨ। ਹੁਣ ਬਿਜਾਈ ਦਾ ਢੁਕਵਾਂ ਸਮਾਂ ਹੈ। ਫਸਲ ਦੀ ਪੁਟਾਈ ਅਪ੍ਰੈਲ ਦੇ ਅੱਧ ਵਿੱਚ ਸ਼ੁਰੂ ਹੋ ਜਾਂਦੀ ਹੈ। ਨਦੀਨਾਂ ਦੀ ਰੋਕਥਾਮ ਲਈ ਗੋਡੀ ਕਰੋ। ਸੋ ਕਿਸਾਨ ਵੀਰੋ, ਇਹ ਸੀ ਇਸ ਹਫਤੇ ਦੀਆਂ ਖੇਤੀ ਗਤੀਵਿਧੀਆਂ। ਮਿਲਾਂਗੇ ਪੰਜਾਬ ਐਗਰੋ ਦੇ ਹਫਤਾਵਾਰੀ ਪ੍ਰੋਗਰਾਮ 5 ਰਿਵਰਸ ਦੇ ਵਿੱਚ ਅਗਲੇ ਹਫਤੇ ਕੁਝ ਹੋਰ ਜਾਣਕਾਰੀਆਂ ਦੇ ਨਾਲ ਤੇ ਇੱਕ ਵਿਸ਼ੇਸ਼ ਸੂਚਨਾ ਹੋਰ। ਜਿਨ੍ਹਾਂ ਕਿਸਾਨ ਵੀਰਾਂ ਨੇ ਅਜੇ ਤੱਕ ਪੰਜਾਬ ਐਗਰੋਸ 5 ਰਿਵਰ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਸਬਸਕ੍ਰਾਈਬ ਕਰ ਲਓ ਤਾਂ ਕਿ ਹੋਰ ਵਧੇਰੇ ਜਾਣਕਾਰੀਆਂ ਮਿਲਦੀਆਂ ਰਹਿਣ। ਧੰਨਵਾਦ। ਆਮ ਕਿਸਾਨ ਨੂੰ ਬਣਾਵੇ ਹਾਈ ਅਚੀਵਰ, ਪੰਜਾਬ ਐਗਰੋ ਦਾ 5 ਰਿਵਰ। ਉਹ ਜ਼ਹਿਰਾਂ ਮੁਕਤ ਤੇ ਖੇਤੀ ਵੀਰੋ ਆ ਜੋ ਰਲੇ ਬਣਾਈਏ, ਆਪਣੇ ਸੋਹਣੇ ਪੰਜਾਬ ਨੂੰ ਮੁੜ ਤੰਦਰੁਸਤ ਬਣਾਈਏ, ਮੁੜ ਤੰਦਰੁਸਤ ਬਣਾਈਏ। ਆਮ ਕਿਸਾਨ ਨੂੰ ਬਣਾਵੇ ਹਾਈ ਅਚੀਵਰ, ਪੰਜਾਬ ਐਗਰੋ ਦਾ 5 ਰਿਵਰ।